ਤੇ ਹੁਣ ਕਨਫਿਊਜ਼ਨ ਹੈ ਜਿਮ ਓਨਰਸ ਤੇ ਜਿਮ ਟ੍ਰੇਨਰਸ ਦੀ ਵੀ, ਕਈਆਂ ਦੀ। ਤੁਸੀਂ ਹੁਣ ਆਪਾਂ ਨੂੰ ਬੈਠੇ 5-10 ਮਿੰਟ ਹੋ ਗਏ ਸੀ, ਤੁਹਾਡੇ ਸਾਹਮਣੇ ਕਿੰਨੀ ਕਾਲਿੰਗ ਆ ਚੁੱਕੀ ਹੈ। ਹਰ ਇੱਕ ਬੰਦਾ ਇਹੀ ਪੁੱਛ ਰਿਹਾ ਕਿ ਹਾਂਜੀ ਖੁੱਲ ਰਿਹਾ ਹੈ ਕਿ ਨਹੀਂ ਖੁੱਲ ਰਿਹਾ। ਉਹਦੇ ਸਾਰੀ ਕਨਫਿਊਜ਼ ਹੈ। ਸਰਕਾਰ ਨੇ ਕਹਿ ਦਿੱਤਾ 15 ਤਰੀਕ ਨੂੰ ਓਪਨ ਹੈ, ਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਸੀਗਾ ਕਿ 15 ਨੂੰ ਖੋਲ੍ਹ ਸਕਦੇ ਆ, ਲੇਕਿਨ ਉੱਥੇ ਇਹ ਵੀ ਕਿਹਾ ਗਿਆ ਸੀ ਵੈਕਸੀਨੇਸ਼ਨ ਜਿਹੜੀ ਆ ਵਰਕਰਸ ਨੂੰ ਔਰ ਜਿਹੜੇ ਉੱਥੋਂ ਦੇ EMPLOYEES ਨੇ ਤੇ ਜਿਹੜੇ ਓਨਰ ਨੇ ਉਹਨਾਂ ਨੂੰ ਵੈਕਸੀਨੇਸ਼ਨ ਲਗਵਾਉਣੀ ਪਊਗੀ। ਤੇ ਵੈਕਸੀਨੇਸ਼ਨ ਵੀ ਲਗਵਾਈ ਗਈ ਹੈ ਤੁਹਾਡੇ ਕੋਲ ਪਹਿਲਾਂ ਹੀ। ਜਿਹੜੇ ਇੰਜੈਕਸ਼ਨ ਲਗਾਉਣਾ ਜ਼ਰੂਰੀ ਹੈ ਕੋਵਿਡ ਦਾ, ਆਪਾਂ ਉਹ ਵੀ ਕਰ ਲਿਆ। ਉਹਦਾ ਵੀ ਆਹ ਦੇਖੋ, ਪੰਜਾਬ ਸਰਕਾਰ ਦਾ ਸਰਟੀਫਿਕੇਟ ਪਹਿਲੀ ਡੋਜ਼ ਦੀ ਹੈਗੀ ਹੈ। ਸੈਕਿੰਡ ਡੋਜ਼ ਜਦੋਂ ਟਾਈਮ ਹੈਗਾ ਉਦੋਂ ਸੈਕਿੰਡ ਡੋਜ਼ ਲੱਗੇਗੀ। ਬੋਰਡ ਲਗਾਉਂਦੇ ਕਿੰਨੇ ਗੈਂਗਸਟਰ ਪਕੜੇ ਗਏ। ਗੈਂਗਸਟਰ ਬੰਦਾ ਕਿਉਂ ਹੈ? ਹਾਲਾਤ ਬਣਾਉਂਦੇ ਆ। ਸਰਕਾਰਾਂ ਸਾਥ ਦੇਣ ਯੂਥ ਦਾ, ਸਰਕਾਰਾਂ ਯਾਨੀ ਕਿ ਪ੍ਰੋਪਰ ਦੇਖਭਾਲ ਕਰਨ, ਗੈਂਗਸਟਰ ਕੋਈ ਨਹੀਂ ਬਣੂਗਾ। ਹੁਣ ਪਿਛਲੀ ਭਰਪਾਈ ਤਾਂ ਹੋਈ ਨਹੀਂ ਕਵਰ, ਤੇ ਫਿਰ ਦੁਬਾਰਾ ਪਹਿਲਾਂ 5.5 ਮਹੀਨੇ ਪਹਿਲਾਂ ਬੰਦ ਰਹੇ, 6 ਮਹੀਨੇ, ਹੁਣ 2 ਮਹੀਨੇ ਹੋ ਗਏ ਸਾਡੇ ਜਿਮ ਬੰਦ ਪਿਆ ਨੂੰ। ਅਗਰ ਉਹ ਦੁਬਾਰਾ ਤੋਂ ਜਿਮ ਬੰਦ ਕਰਨ ਦੀ ਸੋਚਦੀ ਪਈ ਹੈ, ਪਰ ਸਾਨੂੰ ਸਭ ਨੂੰ ਇੱਕ ਸ਼ਰਾਬ ਦਾ ਠੇਕਾ ਖੁਲਵਾ ਦੇ ਜਿਮ ਦੇ ਅੰਦਰ, ਤਾਂ ਕਿ ਸਾਡੀ ਰੋਜੀ ਰੋਟੀ ਵੀ ਚੱਲਦੀ ਰਹੂਗੀ ਤੇ ਜਿਮ ਦਾ ਵਰਕ ਵੀ ਚੱਲਦਾ ਰਹੂਗਾ। ਇਹੀ ਕਹਿ ਸਕਦੇ ਹਾਂ। ਬਿਜਲੀ ਦੇ ਬਿੱਲ ਉਹੀ ਆ ਰਹੇ ਹੈ, ਉਨੇ ਹੀ ਆ ਰਹੇ ਹੈ। ਘਰ ਦੇ ਖਰਚੇ ਉਨੇ ਹੀ ਹੈ। ਸਕੂਲ ਦੀਆਂ ਫੀਸਾਂ ਮਾਫ ਨਹੀਂ ਹੋਈਆਂ। ਸਕੂਲ ਦੀਆਂ ਫੀਸਾਂ ਇਹ ਕਹਿ ਰਹੇ ਸੀ ਮਾਫ ਕਰਨ ਦੇ, ਸਕੂਲ ਦੀਆਂ ਫੀਸਾਂ ਮਾਫ ਕਿਉਂ ਨਹੀਂ? ਐਡਮਿਸ਼ਨ ਫੀਸਾਂ ਵੀ ਲਿੱਤੀਆਂ। ਉਸ ਤੋਂ ਬਾਅਦ ਕੋਈ ਵੀ ਟੈਕਸ ਮਾਫ ਨਹੀਂ ਹੋਇਆ। ਪੈਟਰੋਲ ਦਾ ਰੇਟ ਦੇਖੋ, ਆਪਣੇ ਜਿਹੜੇ ਇਹਨਾਂ ਦੇ ਆਪਣੇ ਜਿੱਤੇ ਤੋਂ ਚੱਲਦੀ ਅਰਥ ਵਿਵਸਥਾ, ਦਾਰੂ ਇੱਕ ਦਿਨ ਵੀ ਬੰਦ ਨਹੀਂ ਹੋਣ ਦਿੱਤੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ। ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਤੁਸੀਂ ਜਾਣਦੇ ਹੋ ਕਿ ਲਗਾਤਾਰ ਕਈ ਮਹੀਨਿਆਂ ਤੋਂ ਜਿਹੜੇ ਹੈ ਜਿਮ ਬੰਦ ਪਏ ਨੇ, ਜਿਸ ਤੋਂ ਬਾਅਦ ਜਿਮ ਮਾਲਕਾਂ ਦੇ ਵੱਲੋਂ ਜਿਹੜੇ ਪ੍ਰੋਟੈਸਟ ਵੀ ਕੀਤੇ ਗਏ ਸੀ। ਪੰਜਾਬ ਸਰਕਾਰ ਨੂੰ ਗੁਹਾਰ ਵੀ ਲਗਾਈ ਗਈ ਸੀ ਕਿ ਜਿਹੜੇ ਉਹਨਾਂ ਦੇ ਜਿਸ ਦੇ ਨਾਲ ਗੁਜ਼ਾਰਾ ਹੁੰਦਾ ਆ, ਜਿਮ ਜਿਹੜੇ ਖੋਲ੍ਹੇ ਜਾਣ। ਲੇਕਿਨ ਉੱਥੇ ਹੀ ਗੱਲ ਕੀਤੀ ਜਾਵੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਪ੍ਰੋਟੈਸਟ ਕੀਤੇ ਗਏ। ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਪ੍ਰੋਟੈਸਟ ਕੀਤੇ ਗਏ ਜਿਮ ਮਾਲਕਾਂ ਦੇ ਵੱਲੋਂ। ਵੱਖ-ਵੱਖ ਚੌਂਕਾਂ ਦੇ ਵਿੱਚ ਖੜ੍ਹ ਕੇ ਇਹੀ ਕਿਹਾ ਗਿਆ ਕਿ ਜਿਮ ਜਿਹੜੇ ਲਗਾਤਾਰ ਜਿਹੜੇ ਕਈ ਮਹੀਨਿਆਂ ਤੋਂ ਬੰਦ ਨੇ ਉਹਨਾਂ ਨੂੰ ਖੋਲ੍ਹਿਆ ਜਾਵੇ। ਔਰ ਉੱਥੇ ਹੀ ਜਦੋਂ ਜਿਹੜੇ ਪੰਜਾਬ ਦੇ CM ਨੇ, ਡਿਪਟੀ ਕਮਿਸ਼ਨਰ ਨੇ, ਉਹਨਾਂ ਦੇ ਵੱਲੋਂ ਬਿਆਨ ਜਾਰੀ ਕੀਤੇ ਜਾਂਦੇ ਨੇ। ਹਾਲਾਂਕਿ ਕਮਿਸ਼ਨਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਹਾਲੇ ਤੱਕ ਨਹੀਂ ਆਇਆ ਹੈ। ਪੰਜਾਬ ਸਰਕਾਰ ਦੇ ਵੱਲੋਂ, ਕੈਪਟਨ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜਿਮ ਜਿਹੜੇ 15 ਤਰੀਕ ਨੂੰ ਜਿਹੜੇ ਆ ਖੋਲ੍ਹੇ ਜਾ ਸਕਦੇ ਨੇ। ਲੇਕਿਨ ਉਹਨਾਂ ਨੇ ਇਹਦੇ ਨਾਲ ਹੀ ਜਿਹੜੇ ਆ ਡਿਪਟੀ ਕਮਿਸ਼ਨਰ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਉੱਤੇ ਗੱਲ ਸੁੱਟ ਦਿੱਤੀ ਗਈ ਸੀਗੀ। ਜ਼ਿੰਮੇਵਾਰੀ ਉਹਨਾਂ ਦੀ ਬਣਾ ਦਿੱਤੀ ਗਈ ਸੀ ਕਿ ਅਗਰ ਦੇਖਿਆ ਜਾਵੇ ਕਿ ਕੋਵਿਡ ਦੇ ਕੇਸਿਸ ਘਟੇ ਨੇ ਤਾਂ ਜਿਹੜੇ ਜਿਮ ਖੋਲ੍ਹਣ ਦੀ ਮਨਜ਼ੂਰੀ ਜਿਹੜੀ ਦੇ ਦਿੱਤੀ ਜਾਵੇ। ਉੱਥੇ ਹੀ ਗੱਲ ਕਰਦੇ ਹਾਂ ਹੁਣ ਲੁਧਿਆਣੇ ਦੀ। ਤਾਂ ਲੁਧਿਆਣੇ ਦੇ ਵਿੱਚ ਹਲੇ ਵੀ ਜਿਮ ਮਾਲਕ ਕਨਫਿਊਜ਼ ਨੇ। ਕਿਉਂਕਿ ਜਿਹੜੇ ਪੰਜਾਬ ਦੇ CM ਦੇ ਵੱਲੋਂ ਕਿਹਾ ਗਿਆ ਕਿ 15 ਤਰੀਕ ਤੱਕ ਜਿਹੜੇ ਹੈ ਜਿਮ ਖੋਲ੍ਹੇ ਜਾ ਸਕਦੇ ਨੇ, ਲੇਕਿਨ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜੇ ਹਾਲੇ ਤੱਕ ਨਹੀਂ ਆਇਆ ਹੈਗਾ। ਡਿਪਟੀ ਕਮਿਸ਼ਨਰ ਦੇ ਵੱਲੋਂ ਹਾਲੇ ਤੱਕ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਇਆ, ਜਿਸ ਨੂੰ ਲੈ ਕੇ ਜਿਹੜੇ ਕਨਫਿਊਜ਼ਨ ਜਿਹੜੀ ਹੈ ਜਿਮ ਮਾਲਕਾਂ ਦੇ ਵਿੱਚ ਪਾਈ ਜਾ ਰਹੀ ਹੈ। ਗੱਲਬਾਤ ਕਰਦੇ ਹਾਂ। ਬਾਈ ਜੀ, ਗੱਲ ਕੀਤੀ ਜਾਵੇ ਅਫੀਸ਼ੀਅਲ ਨੋਟੀਫਿਕੇਸ਼ਨ ਦੀ, ਪੰਜਾਬ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ 15 ਤਰੀਕ ਤੱਕ ਜਿਹੜੇ ਜਿਮ ਖੋਲ੍ਹੇ ਜਾ ਸਕਦੇ ਹਨ, ਰੈਸਟੋਰੈਂਟਸ ਵੀ ਖੋਲ੍ਹੇ ਜਾ ਸਕਦੇ ਨੇ। ਉੱਥੇ ਗੱਲ ਕੀਤੀ ਜਾਵੇ ਅਫੀਸ਼ੀਅਲ ਨੋਟੀਫਿਕੇਸ਼ਨ ਦੀ, ਕੀ ਕਨਫਿਊਜ਼ਨ ਉਸ ਨੂੰ ਲੈ ਕੇ? ਪਹਿਲਾਂ ਤਾਂ ਲੰਮੇ ਜੀ ਤੁਹਾਡਾ ਲੁਧਿਆਣਾ ਟਾਈਮਜ਼ ਤੇ ਔਨ 에ਅਰ ਦਾ ਦਿਲੋਂ ਥੈਂਕਸ ਕਿ ਸਾਡੀ ਆਵਾਜ਼ ਜਿਹੜੀ ਸਰਕਾਰਾਂ ਤੱਕ ਪਹੁੰਚਾਈ ਤੇ ਸਰਕਾਰ ਨੂੰ ਜਿਮ ਖੋਲ੍ਹਣ ਦਾ ਉਹਨਾਂ ਨੇ ਆਦੇਸ਼ ਦਿੱਤਾ। ਤੇ ਭਾਈ ਹੁਣ ਤੁਸੀਂ ਦੇਖਿਆ ਹੀ ਹੈ, ਜਿਵੇਂ ਸਰਕਾਰ ਨੇ 15 ਤਰੀਕ ਤੱਕ ਕਿਹਾ ਸੀਗਾ ਕਿ ਗਾਈਡਲਾਈਨ ਦਿੱਤੀ ਸੀ ਉਹਦੇ ਜਿਮ ਓਪਨ ਦੀ, ਉਹਨੂੰ ਦੇਖਦੇ ਹੁਣ ਸਫਾਈ ਵਗੈਰਾ, ਸੈਨੀਟਾਈਜ਼ ਵਗੈਰਾ ਸਾਰਾ ਕੁਝ ਦੁਬਾਰਾ ਤੋਂ ਕੀਤਾ ਹੈਗਾ। ਕਿਉਂਕਿ ਤੁਹਾਨੂੰ ਵੀ ਪਤਾ ਮਸ਼ੀਨਰੀ ਕਾਫੀ ਜਿਹੜੀ ਹੁੰਦੀ ਹੈ, ਹੈਵੀ ਮਸ਼ੀਨਰੀ ਹੁੰਦੀ ਹੈ, ਉਹਦੀ ਵਾਇਰ ਵਗੈਰਾ ਹੋ ਗਈ, ਆਇਲ ਕਰਨਾ, ਠੀਕ ਹੈ, ਜੋਗਰਸ ਵਗੈਰਾ ਤੇ ਸਾਰਾ ਰਿਪੇਅਰਿੰਗ ਦਾ ਹੋ ਗਿਆ, ਉਹ ਸਾਰਾ ਸ਼ੁਰੂ ਕਰਤਾ। ਤੇ ਹੁਣ ਕਨਫਿਊਜ਼ਨ ਹੈ ਜਿਮ ਓਨਰਸ ਤੇ ਜਿਮ ਟ੍ਰੇਨਰਸ ਦੀ ਵੀ, ਕਈਆਂ ਦੀ। ਤੁਸੀਂ ਹੁਣ ਆਪਾਂ ਨੂੰ ਬੈਠੇ 5-10 ਮਿੰਟ ਹੋ ਗਏ ਸੀ, ਤੁਹਾਡੇ ਸਾਹਮਣੇ ਕਿੰਨੀ ਕਾਲਿੰਗ ਆ ਚੁੱਕੀ ਹੈ। ਹਰ ਇੱਕ ਬੰਦਾ ਇਹੀ ਪੁੱਛ ਰਿਹਾ ਕਿ ਹਾਂਜੀ ਖੁੱਲ ਰਿਹਾ ਕਿ ਨਹੀਂ ਖੁੱਲ ਰਿਹਾ। ਉਹਦੇ ਸਾਰੀ ਕਨਫਿਊਜ਼ ਹੈ। ਸਰਕਾਰ ਨੇ ਕਹਿ ਦਿੱਤਾ 15 ਤਰੀਕ ਨੂੰ ਓਪਨ ਹੈ, ਉਹਨਾਂ ਨੇ ਡੀਸੀ ਦੇ ਛੱਡਤਾ। ਡੀਸੀ ਹਰਾਂ ਦੀ ਹੋ ਸਕਦਾ ਸ਼ਾਮ ਨੂੰ ਗਾਈਡਲਾਈਨਸ ਆ ਜਾਏ ਜਾਂ ਕੱਲ ਗਾਈਡਲਾਈਨਸ ਆ ਜਾਏ, ਪਰ ਉਹੀ ਚੀਜ਼ਾਂ ਕਨਫਿਊਜ਼ ਹੈ। ਇੱਕ ਚੈਨਲ ਨੇ ਦਿਖਾਤਾ ਸੀਗਾ ਕਿ ਅੱਜ ਤੋਂ ਓਪਨ ਕਰ ਸਕਦੇ ਆ। ਨਹੀਂ, ਉੱਥੇ ਗੱਲ ਕੀਤੀ ਜਾਵੇ ਵੈਕਸੀਨੇਸ਼ਨ ਨੂੰ ਲੈ ਕੇ, ਮੇਰੀ ਨੋਟੀਫਿਕੇਸ਼ਨ ਆਇਆ ਸੀਗਾ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਸੀਗਾ, ਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਸੀਗਾ ਕਿ 15 ਨੂੰ ਖੋਲ੍ਹ ਸਕਦੇ ਆ। ਲੇਕਿਨ ਉੱਥੇ ਇਹ ਵੀ ਕਿਹਾ ਗਿਆ ਸੀ ਵੈਕਸੀਨੇਸ਼ਨ ਜਿਹੜੀ ਆ ਵਰਕਰਸ ਨੂੰ ਔਰ ਜਿਹੜੇ ਉੱਥੋਂ ਦੇ EMPLOYEES ਨੇ ਤੇ ਜਿਹੜੇ ਓਨਰ ਨੇ ਉਹਨਾਂ ਨੂੰ ਵੈਕਸੀਨੇਸ਼ਨ ਲਗਵਾਉਣੀ ਪਊਗੀ। ਤੇ ਵੈਕਸੀਨੇਸ਼ਨ ਵੀ ਲਗਵਾਈ ਗਈ ਹੈ ਤੁਹਾਡੇ ਕੋਲ ਪਹਿਲਾਂ ਹੀ? ਦੇਖੋ ਮੋਸਟਲੀ ਜਿਹੜੇ ਹੈਗੇ ਆ, ਮੈਂ ਜਿਮ ਏਕਤਾ ਫੈਡਰੇਸ਼ਨ ਦਾ ਜਨਰਲ ਸੈਕਟਰੀ ਵੀ ਹਾਂ, ਠੀਕ ਹੈ। ਮੈਂ ਸਭ ਤੋਂ ਪਹਿਲਾਂ ਆ ਦੇਖੋ ਜੀ, ਆਹ ਸਰਟੀਫਿਕੇਟ ਪਿਆ, ਇਹ ਸਭ ਤੋਂ ਪਹਿਲਾਂ ਆਪ ਲਗਾਈ। ਜਿਮ ਓਨਰਸ ਹੈ ਇਹਨਾਂ ਦੇ, ਆਹ ਦੇਖੋ ਸਾਰਿਆਂ ਦੇ ਜਿਹੜੇ ਹੈਗੇ ਆ ਆਪਣੇ ਜਿਹੜੇ ਵੈਕਸੀਨੇਸ਼ਨ ਹੋ ਚੁੱਕੀ ਹੈ ਜ਼ਿਆਦਾਤਰ, ਠੀਕ ਹੈ। ਜਿਹੜੀ ਦੇਖੋ ਅਸੀਂ ਪਹਿਲਾਂ ਹੀ ਰੂਲਸ ਫੋਲੋ ਕਰ ਰਹੇ ਸੀਗੇ।
ਪਹਿਲਾਂ ਹੀ ਤੁਸੀਂ ਲਗਾ ਲਓ ਕਿ ਮੇਰੇ ਕੋਲ ਪ੍ਰੋਪਰ ਇੱਕ ਰਜਿਸਟਰ ਲਿਖਿਆ ਤੁਹਾਡੀ ਵੀ ਲਾਸਟ ਟਾਈਮ ਇੰਟਰਵਿਊ ਹੋਈ ਸੀ, ਉਹਦੇ 'ਚ ਮੈਂ ਪ੍ਰੋਪਰ ਦਿਖਾਇਆ ਵੀ ਹੈ, ਚੌਥਾ ਪੰਜਵਾਂ ਰਜਿਸਟਰ ਸੀਗਾ। ਜਿਹੜਾ ਵੀ ਬੱਚਾ ਆਉਂਦਾ ਉਹਦਾ ਨਾਮ, ਆਕਸੀਮੀਟਰ ਰੱਖਿਆ ਹੈ, ਕਿੰਨਾ ਆਕਸੀਜਨ ਹੈ, ਕਿੰਨੀ ਪਲਸ ਹੈ, ਟੈਂਪਰੇਚਰ ਚੈੱਕ ਕਰੀਦਾ ਕਿੰਨਾ ਟੈਂਪਰੇਚਰ ਹੈ, ਫਿਰ ਉੱਪਰ ਲਿਖਿਆ GE ਕਿ ਟੈਂਪਰੇਚਰ ਸਾਰਾ ਕੁਝ ਸਹੀ ਹੈ, ਉਹਨੂੰ ਜਿਮ ਦੇ ਅੰਦਰ ਐਂਟਰੀ ਦੇਣੀ ਹੈ ਕਿ ਨਹੀਂ ਦੇਣੀ। ਅਗਰ ਸਾਨੂੰ ਲੱਗਦਾ ਕਿ ਜਿਮ ਦੇ ਐਂਟਰੀ ਨਹੀਂ ਹੈ, ਉਹਨੂੰ ਟੈਂਪਰੇਚਰ ਤੇਜ਼ ਹੈ, ਉਹਨੂੰ ਆਪਾਂ ਘਰ ਭੇਜ ਦਈਏ ਰੈਸਟ ਵਾਸਤੇ। ਉਸ ਤੋਂ ਬਾਅਦ ਉਹਦਾ ਮੋਬਾਈਲ ਨੰਬਰ, ਪ੍ਰੋਪਰ ਇੱਕ ਰੂਲਸ ਐਂਡ ਰੈਗੂਲੇਸ਼ਨ ਦੇ ਚੱਲੇ ਸੀਗੇ। ਉਸ ਤੋਂ ਬਾਅਦ ਇੱਕ ਨਵੀਂ ਗਾਈਡਲਾਈਨ ਆਈ ਸੀਗੀ ਕਿ ਜਿਹੜੇ ਇੰਜੈਕਸ਼ਨ ਲਗਾਉਣਾ ਜ਼ਰੂਰੀ ਹੈ ਕੋਵਿਡ ਦਾ, ਆਪਾਂ ਉਹ ਵੀ ਕਰ ਲਿਆ। ਉਹਦਾ ਵੀ ਆਹ ਦੇਖੋ ਪੰਜਾਬ ਸਰਕਾਰ ਦਾ ਸਰਟੀਫਿਕੇਟ ਪਹਿਲੀ ਡੋਜ਼ ਦੀ ਹੈਗੀ ਹੈ, ਸੈਕਿੰਡ ਡੋਜ਼ ਜਦੋਂ ਟਾਈਮ ਹੈਗਾ ਉਦੋਂ ਸੈਕਿੰਡ ਡੋਜ਼ ਲੱਗੇਗੀ। ਤੁਸੀਂ ਗੱਲ ਕੀਤੀ ਆ ਮੇਨਟੇਨੈਂਸ ਨੂੰ ਲੈ ਕੇ, ਜਿਵੇਂ ਪਿਛਲੇ ਜਦੋਂ ਸਾਲ ਦੇ ਵਿੱਚ ਲਾਕਡਾਊਨ ਲੱਗਿਆ ਸੀਗਾ ਤਾਂ ਕਿੰਨੇ ਮਹੀਨੇ ਜਿਮ ਬੰਦ ਰਹੇ ਸੀਗੇ, ਤਾਂ ਉਸ ਤੋਂ ਬਾਅਦ ਦੁਬਾਰਾ ਖੋਲਿਆ, ਮੇਨਟੇਨੈਂਸ ਕੀਤੀ ਗਈ। ਹੁਣ ਮਸ਼ੀਨਾਂ ਜਿਹੜੀਆਂ ਨੇ ਮੇਨਟੇਨੈਂਸ ਮੰਗਦੀਆਂ, ਹਰੇਕ ਜਿਹੜੀ ਮਸ਼ੀਨ, ਕੋਈ ਅਜਿਹੀਆਂ ਮਸ਼ੀਨਾਂ ਜਿਹੜੀਆਂ 15 ਦਿਨਾਂ ਬਾਅਦ ਮੇਨਟੇਨੈਂਸ ਮੰਗਦੀਆਂ ਹੋਣਗੀਆਂ, ਤਾਂ ਹੁਣ ਦੁਬਾਰਾ ਤੋਂ ਉਸੇ ਤਰੀਕੇ ਦੇ ਨਾਲ ਖੋਲੇ ਜਾ ਰਹੇ ਨੇ ਨਾ ਕਿੰਨੇ ਮਹੀਨਿਆਂ ਦੇ ਬੰਦ ਹੋਣ ਤੋਂ ਬਾਅਦ, ਤੇ ਮੇਨਟੇਨੈਂਸ ਦੇ ਖਰਚੇ ਹੁਣ ਜਿਹੜੇ ਆ ਬਹੁਤ ਜ਼ਿਆਦਾ ਆ ਰਹੇ ਹੋਣੇ ਨੇ। ਭਾਜੀ ਉਹ ਤਾਂ ਹੈਗਾ ਹੀ ਆ, ਪਿਛਲਾ ਹਜੇ ਪੱਟਰੀ ਤੇ ਆਈ ਨਹੀਂ ਸੀਗੀ, ਠੀਕ ਹੈ ਨਾ, ਉਸ ਤੋਂ ਬਾਅਦ ਫਿਰ ਪੱਟਰੀ ਤੋਂ ਉਤਾਰਤੀ। ਜਿਹੜੀ ਸਾਡੀ ਅਰਥ ਵਿਵਸਥਾ ਤਾਂ ਵੈਸੇ ਹੀ ਪੂਰਾ ਹਿੱਲ ਗਿਆ ਸੀਗਾ। ਤੁਹਾਨੂੰ ਵੀ ਪਤਾ ਹੈ ਕਿ ਇੱਕ ਮਸ਼ੀਨ ਤੇ ਖਰਚਾ ਕਾਫੀ ਆ ਜਾਂਦਾ, ਉਹਦੀ ਮੇਨਟੇਨੈਂਸ ਦਾ ਲਗਾ ਲਓ, ਠੀਕ ਹੈ, ਉਸ ਤੋਂ ਇਲਾਵਾ ਇਲੈਕਟ੍ਰੋਨਿਕ ਦਾ ਲਗਾ ਲਓ। ਹੁਣ ਜਦੋਂ ਜਿਮ ਆ ਕੇ ਖੋਲ੍ਹਿਆ ਸੀਗਾ, ਨੀਚੇ ਰੂਮ ਦੇਖਿਆ ਕਿ ਉੱਪਰ ਸਪਾਰਕ ਕੀਤਾ ਹੋਇਆ ਸੀਗਾ, ਉਹ ਤਾਂ ਚਲੋ MC ਨੀਚੇ ਗਿਰ ਗਈ, ਕੋਈ ਯਾਨੀ ਕਿ ਅੱਗ ਉੱਗ ਜਾਂ ਕੋਈ ਐਵੇਂ ਦੀ ਚੀਜ਼ ਨਹੀਂ ਹੋਈ, ਠੀਕ ਹੈ ਨਾ। ਅਗਰ ਨਹੀਂ ਹੁੰਦੀ, ਮਾਰਕੀਟ ਨਾ ਹੁੰਦਾ, ਫਿਰ ਤਾਂ ਸਾਰਾ ਕੁਝ ਸਹੀ ਖਰਾਬ ਹੋ ਜਾਣਾ ਸੀਗਾ, ਠੀਕ ਹੈ ਨਾ। ਤੁਹਾਨੂੰ ਮੈਂ ਦਿਖਾਇਆ ਉੱਪਰ ਕਿਵੇਂ ਬਲੈਕ ਹੋਇਆ ਹੋਇਆ ਸੀਗਾ। ਉਸ ਤੋਂ ਬਾਅਦ ਤੁਸੀਂ ਲਗਾਓ ਕਿ ਨਾ ਤਾਂ ਰੈਂਟ ਮਾਫ ਹੋਏ, ਠੀਕ, ਬਿਜਲੀ ਦੇ ਬਿੱਲ ਉਹੀ ਆ ਰਹੇ ਹੈ, ਉਨੇ ਹੀ ਆ ਰਹੇ ਹੈ, ਘਰ ਦੇ ਖਰਚੇ ਉਨੇ ਹੀ ਹੈ, ਸਕੂਲ ਦੀਆਂ ਫੀਸਾਂ ਮਾਫ ਨਹੀਂ ਹੋਈਆਂ। ਸਕੂਲ ਦੀਆਂ ਫੀਸਾਂ ਇਹ ਕਹਿ ਰਹੇ ਸੀ ਮਾਫ ਕਰਨ ਦਾ, ਸਕੂਲ ਦੀਆਂ ਫੀਸਾਂ ਮਾਫ ਕਿਉਂ ਨਹੀਂ, ਐਡਮਿਸ਼ਨ ਫੀਸਾਂ ਵੀ ਲਿੱਤੀਆਂ। ਉਸ ਤੋਂ ਬਾਅਦ ਕੋਈ ਵੀ ਟੈਕਸ ਮਾਫ ਨਹੀਂ ਹੋਇਆ। ਪੈਟਰੋਲ ਦਾ ਰੇਟ ਦੇਖੋ, ਆਪਣੇ ਜਿਹੜੇ ਇਹਨਾਂ ਦੇ ਆਪਣੇ ਜਿੱਤੇ ਤੋਂ ਚਲਦੀ ਅਰਥ ਵਿਵਸਥਾ, ਦਾਰੂ ਇੱਕ ਦਿਨ ਵੀ ਬੰਦ ਨਹੀਂ ਹੋਣ ਦਿੱਤੀ। ਪੈਟਰੋਲ ਦਾ ਰੇਟ ਕੀ ਸੀ, ਕੀ ਆ ਗਿਆ। ਸਰੋਂ ਦਾ ਤੇਲ ਪਿਛਲੇ ਲੋਕਡਾਊਨ ਦੇ ਵਿੱਚ ਕੀ ਸੀ, ਕੀ ਹੋ ਗਿਆ, ਠੀਕ ਹੈ। ਉਸ ਤੋਂ ਇਲਾਵਾ ਹਰੇਕ ਚੀਜ਼ ਦੇ ਤੁਸੀਂ ਲਗਾਓ ਖਰਚੇ ਵੱਧਦੇ ਹੀ ਹੈ। ਦਾਲਾਂ ਦੇ ਰੇਟ ਕੀ ਸੀ, ਸਿਲੰਡਰ ਦੇ ਰੇਟ ਕੀ ਹੈ। ਜਿੱਥੋਂ ਦੀ ਆਪਣੀ ਸਰਕਾਰ ਕਹਿੰਦੀ ਹੈ ਕਿ ਅਰਥ ਵਿਵਸਥਾ ਸਾਡੀ ਡਾਊਨ ਨਾ ਚਲੇ, ਯਾਰ ਸਾਡੀ ਅਰਥ ਵਿਵਸਥਾ ਦਾ ਕੀ ਹੈ, ਸਰਕਾਰ ਨੂੰ ਸੋਚਣਾ ਚਾਹੀਦਾ। ਨਹੀਂ ਤੇ ਹਰ ਇੱਕ ਨੂੰ ਇੱਕ ਪੈਕੇਜ ਉਹ ਕਰ ਦੇਵੇ, ਤੇ ਜਿਮ ਬੰਦ ਕੀਤੇ ਰਾਹਤ ਪੈਕੇਜ ਜਿਹੜਾ ਪੈਕੇਜ ਕਰ ਦੇਵੇ, ਤੁਸੀਂ ਉਸ ਹਿਸਾਬ ਤੇ ਪੈਕੇਜ ਦੇ ਦਿਓ ਕਿ ਬੰਦੇ ਨੂੰ, ਠੀਕ ਹੈ ਨਾ। ਅਸੀਂ ਵੀ ਤੁਹਾਡੇ ਨਾਗਰਿਕ ਹਾਂ, AC ਰੂਮ ਦੇ ਵਿੱਚ ਬੈਠ ਕੇ ਚਲੋ ਜੀ ਹਾਂਜੀ ਠੀਕ ਹੈ ਜੀ, ਕਿਸੇ ਕੋਲੋਂ ਵੱਡੇ ਅਫਸਰਾਂ ਤੋਂ ਨੀਚੇ ਵਾਲੀ ਕਰਨੀ, ਤੁਸੀਂ ਇੰਨੀ ਵੱਡੀ ਤੁਹਾਡੀ ਟੀਮ ਹੈ, ਗਰਾਊਂਡ ਲੈਵਲ ਤੇ ਆਓ, ਦੇਖੋ ਕਿ ਕਿੰਨੇ ਦੁਖੀ ਹੈ। ਇਕੱਲੇ ਜਿਮ ਵਾਲਿਆਂ ਦੀ ਗੱਲ ਨਹੀਂ ਕਰ ਰਿਹਾ, ਦੁਕਾਨਾਂ ਤੇ ਜਾ ਕੇ ਦੇਖੋ ਕਿਵੇਂ ਸਾਰੇ ਰੋ ਰਹੇ। ਤੁਸੀਂ ਕਿੰਨੇ ਇੰਟਰਵਿਊ ਲਗਾਏ, ਬਾਜ਼ਾਰਾਂ 'ਚ ਰਸ਼ ਹੈਗਾ ਪਰ ਦੁਕਾਨਾਂ 'ਚ ਕਸਟਮਰ ਨਹੀਂ ਹੈ। ਕਸਟਮਰ ਕਿਉਂ ਨਹੀਂ ਹੈ, ਪੈਸੇ ਨਹੀਂ ਹੈ। ਪੈਸੇ ਹੋਣਗੇ, ਅਰਥ ਵਿਵਸਥਾ ਉਹਨਾਂ ਦੀ ਚੱਲੂਗੀ, ਕੰਮ ਚੱਲੂਗਾ, ਤਾਂ ਹੀ ਬੰਦਾ ਕੁਝ ਖਰੀਦੂਗਾ। ਹੁਣ ਤੁਸੀਂ ਕਿੰਨੇ ਸਟਿੰਗ ਆਪਰੇਸ਼ਨ ਕੀਤੇ ਸ਼ਰਾਬ ਦੇ ਠੇਕਿਆਂ ਦੇ, ਛੋਟੀਆਂ ਮੋਰੀਆਂ ਦੇ, ਕੁਝ ਹੋਇਆ ਉਹਦਾ, ਇੱਕ ਵੀ ਨਤੀਜਾ ਆਇਆ ਨਹੀਂ ਆਇਆ ਨਾ। ਬਸ ਫਿਰ ਗੱਲ ਤੁਹਾਡੇ ਤੇ ਹੁਣ ਕਰਦੇ ਆ, ਤੁਹਾਡੇ ਨਾਲ ਕੀ ਉਮੀਦ ਕੀਤੀ ਜਾ ਰਹੀ ਹੈ ਤੁਹਾਨੂੰ, ਜਿਹੜੇ ਹੁਣ ਨੋਟੀਫਿਕੇਸ਼ਨ ਨੂੰ ਲੈ ਕੇ, ਜਿਵੇਂ ਹੁਣ ਕਿਹਾ ਜਾ ਰਿਹਾ ਕਿ ਅਫੀਸ਼ੀਅਲ ਨੋਟੀਫਿਕੇਸ਼ਨ ਹਾਲੇ ਤੱਕ ਨਹੀਂ ਆਇਆ ਹੈਗਾ, ਉਹ ਉਮੀਦ ਕੀਤੀ ਜਾ ਰਹੀ ਸ਼ਾਮ ਤੱਕ ਕਹਿ ਦਿੱਤਾ ਜਾਵੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਖੋਲ੍ਹੋ ਜਿਮ, ਕੀ ਉਮੀਦ ਹੈ ਤੁਹਾਨੂੰ ਲੈ ਕੇ ਇਸ ਨੂੰ? ਸਰ ਪਹਿਲੇ ਨੰਬਰ ਤੇ ਤਾਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਰਕਾਰਾਂ ਤੱਕ ਸਾਡੀ ਗੱਲਾਂ ਪਹੁੰਚਾਈਆਂ। ਲੇਕਿਨ ਪਹਿਲੇ ਅਧਾਰੇ ਤੇ ਮੈਂ ਆਹ ਕਹਿਣਾ ਚਾਹੁੰਦਾ ਹੈ, ਸਰਕਾਰਾਂ ਨੂੰ ਨਾ ਸਾਡੇ ਜਿੰਮਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਪਹਿਲੇ ਨੰਬਰ ਤੇ ਜਿਮ ਨੂੰ ਟਾਰਗੇਟ ਨਾ ਕੀਤਾ ਜਾਵੇ, ਜਿਮ ਨੂੰ ਟਾਰਗੇਟ ਨਾ ਕੀਤਾ ਜਾਵੇ। ਕਿਉਂ, ਹੁਣ ਡਾਕਟਰ ਕੋਲ ਜੇ ਆਪਾਂ ਜਾਂਦੇ ਆ, ਕੋਈ ਵੀ ਪੇਸ਼ੈਂਟ ਜਾਂ ਡਾਕਟਰ ਕੋਲ ਜਾਂਦਾ ਹੈ, ਡਾਕਟਰ ਕਹਿੰਦਾ ਆ ਮੈਡੀਸਨ ਲੈ ਲੈ, ਤੇ ਉਸ ਤੋਂ ਬਾਅਦ ਐਕਸਰਸਾਈਜ਼ ਜ਼ਰੂਰੀ ਹੈ। ਉਹ ਕਹਿਣਾ ਬੰਦ ਕਰ ਦੇਣ ਡਾਕਟਰ ਕਿ ਐਕਸਰਸਾਈਜ਼ ਕਰੇ, ਐਕਸਰਸਾਈਜ਼ ਵੱਲ ਧਿਆਨ ਦੇਵੇ। ਜੇ ਪਹਿਲੇ ਨੰਬਰ ਤੇ ਜਿਮ ਨੂੰ ਟਾਰਗੇਟ ਕਰਨਾ ਹੈ ਇਹਨਾਂ ਨੇ, ਤੇ ਡਾਕਟਰ ਨੂੰ ਬਿਲਕੁਲ ਹੀ ਬੰਦ ਕਰਨਾ ਚਾਹੀਦਾ ਹੈ ਕਹਿਣਾ ਕਿ ਐਕਸਰਸਾਈਜ਼ ਕਰੋ। ਤੇ ਜੇ ਐਕਸਰਸਾਈਜ਼ ਕਰਨੀ ਹੈ ਤਾਂ ਜਿਮ ਨੂੰ ਨਾ ਬੰਦ ਕੀਤਾ ਜਾਵੇ। ਹੁਣ ਪਿਛਲੀ ਭਰਪਾਈ ਤਾਂ ਹੋਈ ਨਹੀਂ ਕਵਰ, ਤੇ ਫਿਰ ਦੁਬਾਰਾ ਪਹਿਲਾਂ 5.5 ਮਹੀਨੇ ਪਹਿਲਾਂ ਬੰਦ ਰਹੇ, 6 ਮਹੀਨੇ, ਹੁਣ 2 ਮਹੀਨੇ ਹੋ ਗਏ ਸਾਡੇ ਜਿਮ ਬੰਦ ਪਿਆ ਨੂੰ। ਹੁਣ ਸਾਡੀ ਹਾਲਤ ਪੁੱਛ ਕੇ ਦੇਖੋ, ਸਰਕਾਰਾਂ ਨੂੰ ਆਹ ਚੀਜ਼ ਨਹੀਂ ਦਿਖਦੀ ਹੈਗੀ। ਹੁਣ ਜੇ ਬਾਈ ਦਵਾ ਕੋਈ ਵੀ ਸਟੂਡੈਂਟ ਆਂਦਾ ਹੈ, ਜੇ ਪਹਿਲੇ ਨੰਬਰ ਤੇ ਤਾਂ ਪਹਿਲੇ ਨੰਬਰ ਤੇ ਤਾਂ ਉਹਨੂੰ ਬੁਖਾਰ ਚੜਿਆ ਹੋਇਆ, ਉਹਨੇ ਪਹਿਲੇ ਨੰਬਰ ਤੇ ਜਿਮ ਆਉਣਾ ਹੀ ਨਹੀਂਗਾ। ਹੁਣ ਟਰਾਂਸਪੋਰਟੇਸ਼ਨ ਹੈ ਆਪਾਂ ਚੱਲਦੀ ਪਈ ਹੈ, ਹੁਣ ਉਹਦੇ ਵਿੱਚ ਕੋਈ ਵੀ ਪੇਸ਼ੈਂਟ ਸਾਡੇ ਨਾਲ ਕੋਈ ਪੇਸ਼ੈਂਟ ਬੈਠਾ ਹੈ, ਸਾਨੂੰ ਤਾਂ ਨਹੀਂ ਪਤਾ ਉਹਨੂੰ ਬੁਖਾਰ ਹੈ,
ਉਹ ਚੱਲ ਰਹੀਆਂ ਨੇ। ਜਿਮ ਦੇ ਵਿੱਚ ਕਰੋਨਾ ਹੈ। ਹੁਣ ਜਿਹਨੂੰ ਵੀ ਪੁੱਛੋ ਕਹਿੰਦੇ ਉਹ ਰੋਡ ਤੇ ਕਈ ਇੱਕ ਜਣੇ ਨੇ ਛੱਡਿਆ, ਦੂਜੇ ਨੇ ਹੱਥ ਲਾਇਆ, ਦੂਜੇ ਨੇ ਛੱਡਿਆ, ਤੀਜੇ ਨੇ ਹੱਥ ਲਾਇਆ। ਹੁਣ ਟਰਾਂਸਪੋਰਟੇਸ਼ਨ ਹੈ, ਬੱਸ ਹੈ, ਕਾਰਾਂ ਨੇ, ਟੈਕਸੀਆਂ ਨੇ, ਉਹਦੇ ਵਿੱਚ ਹੱਥ ਨਹੀਂ ਲੱਗ ਰਹੇ। ਬੱਸ ਦੇ ਵਿੱਚ ਇੱਕ ਜਣਾ ਚੜ੍ਹ ਰਿਹਾ, ਦੂਜਾ ਉਤਰ ਰਿਹਾ, ਤੀਜਾ ਚੜ੍ਹ ਰਿਹਾ, ਚੌਥਾ ਉਤਰ ਰਿਹਾ। ਉਹਦੇ ਵਿੱਚ ਕੀ ਪਤਾ ਕਿਹੜਾ ਬੰਦਾ ਬਿਮਾਰ ਹੈ। ਪ੍ਰੋਪਰ ਸੈਨੀਟਾਈਜ਼ ਪਤਾ ਨਹੀਂ ਕੀਤੀ ਜਾ ਰਹੀ ਹੈ, ਪਤਾ ਨਹੀਂ। ਉਹ ਬੱਸਾਂ ਕਿਹੜੀਆਂ ਕਰ ਰਹੇ ਨੇ ਪ੍ਰੋਪਰ। ਇੱਕ ਵਾਰੀ ਸਵੇਰੇ ਚੱਲੀ, ਸ਼ਾਮ ਨੂੰ ਵਾਪਸ ਆਣੀ ਆ। ਉਹ ਰਸਤੇ 'ਚ ਇਦਾਂ ਹੁੰਦਾ, ਜੇ ਇੱਕ ਪੇਸ਼ੈਂਟ ਉਤਰਿਆ ਤਾਂ ਸੈਨੀਟਾਈਜ਼ ਹੋ ਰਿਹਾ। ਹੁਣ ਉਹਨਾਂ ਨੂੰ ਕੀ ਪਤਾ ਕਿ ਆਹ ਪੇਸ਼ੈਂਟ ਜਿਹੜਾ ਉਤਰਿਆ ਬੁਖਾਰ ਚੜਿਆ ਹੋਇਆ ਸੀਗਾ ਕਿ ਨਹੀਂ ਚੜਿਆ ਹੋਇਆ ਸੀਗਾ। ਜਿਹੜਾ ਸਾਡੇ ਜਿਮ ਦੇ ਵਿੱਚ ਆਣਾ ਹੈ ਕਿਸੇ ਨੇ ਵੀ, ਉਹ ਐਨ ਐਕੂਰੇਟ ਹੋ ਕੇ ਆਊਗਾ, ਫਿੱਟ ਹੋ ਕੇ ਆਊਗਾ। ਜੇ ਉਹਨੂੰ ਪਤਾ ਹੈ ਮੈਨੂੰ ਮਾੜਾ ਜਿਹਾ ਬੁਖਾਰ ਆ, ਉਹਨੇ ਆਣਾ ਹੀ ਨਹੀਂਗਾ। ਅੱਛਾ, ਉੱਥੇ ਗੱਲ ਕੀਤੀ ਜਾਵੇ ਨੌਜਵਾਨਾਂ ਦੀ ਬਹੁਤ ਕਾਲਾਂ ਆ ਰਹੀਆਂ ਹੋਣੀਆਂ ਨੇ ਪੁੱਛਣ ਦੇ ਲਈ ਵੀ ਹਾਂ ਖੁੱਲੇ ਜਾਂ ਨਹੀਂ, ਇਸ ਨੂੰ ਲੈ ਕੇ ਕਾਲਾਂ ਆਈਆਂ ਨੇ। ਕੋਲਾਂ ਨੂੰ ਤਾਂ ਜੀ 10 ਦਿਨ ਹੋ ਗਏ ਕਿ ਸਾਨੂੰ ਪੁੱਛਦੇ ਪਏ ਆ ਸਟੂਡੈਂਟ ਕਦੋਂ ਜਿਮ ਖੁੱਲ ਰਿਹਾ ਭਾਜੀ, ਦੱਸੋ ਸਾਨੂੰ, ਅਸੀਂ ਆਈਏ। ਲੇਕਿਨ ਇਹ ਕੋਲ ਤਾਂ ਹਜੇ ਵੀ ਆ ਰਹੀ ਹੈ, ਤੁਸੀਂ ਤੁਹਾਡੇ ਸਾਹਮਣੇ ਹੈ। ਯਾਨੀ ਕਿ ਸਟੂਡੈਂਟ ਦੇ ਵਿੱਚ ਨਾ ਖੁਸ਼ੀ ਦੀ ਇੱਕ ਤਾਂ ਚਲੋ ਜਿਮ ਓਨਰਸ ਤਾਂ ਠੀਕ ਹੈ, ਟ੍ਰੇਨਰ ਵੀ ਠੀਕ ਹੈ, ਟ੍ਰੇਨਰ ਨੇ ਟ੍ਰੇਨ ਕਰਨ ਦੇ ਚਲੋ ਉਹਨਾਂ ਨੂੰ ਸੈਲਰੀ ਮਿਲਣੀ ਹੈ। ਸਟੂਡੈਂਟ ਦੇ ਵਿੱਚ ਖੁਸ਼ੀ ਦੀ ਲਹਿਰ ਨਹੀਂ ਹੈ। ਅਗਲੇ ਕਹਿੰਦੇ ਸ਼ੁਕਰ ਹੈ ਕਿ ਚਲੋ ਜਿਮ ਦਾ ਖੁੱਲਿਆ, ਅਸੀਂ ਫਿੱਟ ਤਾਂ ਹੋਵਾਂਗੇ। ਬਟ ਸਰਕਾਰਾਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਇੱਕੋ ਦਮ ਫੈਸਲਾ ਨਾ ਲਿੱਤਾ ਜੇ, ਸਾਰਿਆਂ ਦਾ ਸੋਚ ਸਮਝ ਕੇ ਇੱਕ ਕਮੇਟੀ ਬਿਠਾਈ ਜੇ, ਉਹਦੇ ਦੇ ਸਾਰੀ ਕਮੇਟੀ ਦੀ ਸਲਾਹ ਕਰਕੇ ਜਿਮ ਓਨਰਸ ਦਾ, ਦੁਕਾਨਦਾਰਾਂ ਦਾ, ਹਰੇਕ ਚੀਜ਼ ਦਾ ਸੋਚਿਆ ਜੇ। ਅਗਰ ਸਾਲ ਸਵਾ ਸਾਲ ਹੋ ਗਿਆ, ਸਾਡੇ ਕੋਲ ਇੰਜੈਕਸ਼ਨ ਤੱਕ ਆ ਗਏ, ਮੈਡੀਸਿਨ ਤੱਕ ਆ ਗਈ, ਫਿਰ ਵੀ ਹੱਲ ਸਾਡਾ ਲੋਕਡਾਊਨ ਹੈ, ਫਿਰ ਕੁਝ ਨਹੀਂ ਕਹਿ ਸਕਦਾ। ਸਾਰੇ ਜਿਮ ਓਨਰਸ, ਮੈਂ ਖੁਦ ਜਿਮ ਓਨਰਸ ਦੇ ਵੱਲੋਂ ਮੈਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਅਗਰ ਉਹ ਦੁਬਾਰਾ ਤੋਂ ਜਿਮ ਬੰਦ ਕਰਨ ਦੀ ਸੋਚਦੀ ਪਈ ਹੈ, ਪਰ ਸਾਨੂੰ ਸਭ ਨੂੰ ਇੱਕ ਇੱਕ ਸ਼ਰਾਬ ਦਾ ਠੇਕਾ ਖੁਲਵਾ ਦੇ ਜਿਮ ਦੇ ਅੰਦਰ, ਤਾਂ ਕਿ ਸਾਡੀ ਰੋਜੀ ਰੋਟੀ ਵੀ ਚੱਲਦੀ ਰਹੂਗੀ ਤੇ ਜਿਮ ਦਾ ਵਰਕ ਵੀ ਚੱਲਦਾ ਰਹੂਗਾ। ਇਹੀ ਕਹਿ ਸਕਦੇ ਆ। ਛੇਤੀ ਪਰਚੀ ਵੀ ਨਿਕਲਦੀ ਨਾ ਫਿਰ ਭਾਜੀ, ਪਰਚੀ ਤਾਂ ਇਹਨਾਂ ਨੇ ਆਪ ਹੀ ਨਿਕਾਲਣੀ ਹੈ ਕਿ ਫਿਰ ਅਗਰ ਨਹੀਂ ਸੋਚਣਗੇ ਇਹ ਚੀਜ਼ ਤਾਂ ਹੱਲ ਹੈਗਾ। ਦੇਖੋ, ਅਗਰ ਆਪਾਂ ਦੇਖਿਆ ਜੇ ਪਿੱਛੇ ਤੁਸੀਂ ਦੇਖਿਆ ਕਿ ਗ੍ਰਾਫ ਕ੍ਰਾਈਮ ਦਾ ਵੀ ਬਹੁਤ ਜ਼ਿਆਦਾ ਵੱਧ ਗਿਆ। ਕਿਉਂ ਵਧਿਆ? ਬੇਰੁਜ਼ਗਾਰੀ ਨੂੰ ਲੈ ਕੇ। ਹੋਰ ਦੇਖੋ, ਪਹਿਲਾਂ ਅਸੀਂ ਆਂਦੇ ਆ, ਠੀਕ ਹੈ, ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਸੌਂਹਾਂ ਖਾਂਦੇ ਆ, 4 ਹਫ਼ਤਿਆਂ 'ਚ ਨਸ਼ੇ ਦਾ ਲੱਕ ਤੋੜ ਦੂੰਗਾ, ਲੱਕ ਟੁੱਟਿਆ। ਵੱਡੇ ਵੱਡੇ ਬੋਰਡ ਲਗਾਉਂਦੇ, ਕਿੰਨੇ ਗੈਂਗਸਟਰ ਪਕੜੇ ਗਏ। ਗੈਂਗਸਟਰ ਬੰਦਾ ਕਿਉਂ ਹੈ? ਹਾਲਾਤ ਬਣਾਉਂਦੇ ਆ। ਸਰਕਾਰਾਂ ਸਾਥ ਦੇਣ ਯੂਥ ਦਾ, ਸਰਕਾਰਾਂ ਯਾਨੀ ਕਿ ਪ੍ਰੋਪਰ ਦੇਖਭਾਲ ਕਰਨ, ਗੈਂਗਸਟਰ ਕੋਈ ਨਹੀਂ ਬਣੂਗਾ। ਠੀਕ ਹੈ, ਬਿਜਲੀ ਦਾ ਰੇਟ ਇਲੈਕਸ਼ਨ ਤੋਂ ਪਹਿਲਾਂ ਕੀ ਹੁੰਦਾ ਕਿ ਤੁਹਾਨੂੰ 5 ਰੁਪਏ ਪਤਾ ਨਹੀਂ 6 ਰੁਪਏ ਇੰਨਾ ਕੁਝ ਕਿਹਾ ਸੀਗਾ ਯੂਨਿਟ ਬਿਜਲੀ ਦੇਵਾਂਗੇ, ਕੀ ਰੇਟ ਹੋ ਗਿਆ। ਇੱਕ ਬਾਬਾ ਸੀਗਾ 1.5 ਲੱਖ ਵਾਲਾ, ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀਗਾ ਤੁਸੀਂ ਪੈਟਰੋਲ ਦੇ 35 ਰੁਪਏ ਰੇਟ ਵਾਲੇ ਨੂੰ ਵੋਟ ਦੋਗੇ ਕਿ 100 ਰੁਪਏ ਰੇਟ ਵਾਲੇ ਨੂੰ। ਠੀਕ ਹੈ, 70 ਵਾਲੇ ਨੂੰ ਕੀ ਰੇਟ ਹੋ ਗਿਆ ਪੈਟਰੋਲ ਦਾ। ਹੁਣ ਉਹ ਬਾਬਾ ਕਿੱਥੇ ਹੈ? ਉਹ ਤਾਂ ਬਾਬੇ ਨੇ ਜਿਹੜੇ ਸਾਡੇ ਵਲੰਟੀਅਰ, ਡਾਕਟਰ, ਨਰਸਾਂ, ਜਿੰਨੇ ਵੀ ਸਾਡੇ ਯੂਥ ਹੋ ਗਿਆ, ਹੋਰ ਅੱਗੇ ਅੱਗੇ ਹੋ ਕੇ ਕੰਮ ਕੀਤਾ, ਉਹਨੇ ਤਾਂ ਡਾਕਟਰ ਨੂੰ ਨਹੀਂ ਬਖਸ਼ਿਆ। ਉਹ ਬਾਬੇ ਨੇ ਉਹਨਾਂ ਤੇ ਵੀ ਟਿੱਪਣੀ ਕੱਸਣੀ ਸ਼ੁਰੂ ਕਰਤੀ। ਉਹਦੇ ਤੇ ਕੋਈ ਵੀ ਕੇਸ ਹੋਇਆ ਨਹੀਂ ਹੋਇਆ। ਕੇਸ ਕੂਸ ਹੁੰਦੇ ਆ ਇਸ ਮਿਡਲ ਫੈਮਿਲੀ ਵਰਗਿਆਂ ਦੇ, ਠੀਕ ਹੈ, ਜਿਨ੍ਹਾਂ ਦੀ ਕੋਈ ਅਪਰੋਚ ਨਹੀਂ ਹੁੰਦੀ, ਜਿਹੜੇ ਸੱਚ ਬੋਲਦੇ ਆ ਉਹਨਾਂ ਤੇ। ਇਸ ਟਾਈਮ ਇਹ ਹਾਲਾਤ ਹੈ। ਪੰਜਾਬ ਕੀ ਸੀਗਾ ਖੁਸ਼ਹਾਲ, ਕੀ ਲਿਆ ਕੇ ਖੜਾ ਕਰਤਾ। ਲੇਕਿਨ ਹੁਣ ਮੰਨ ਲਓ ਜੇ ਹੁਣ ਅੱਜ ਆਫੀਸ਼ੀਅਲ ਨੋਟੀਫਿਕੇਸ਼ਨ ਇਦਾਂ ਨਹੀਂ ਆਉਂਦਾ ਹੈਗਾ ਕੱਲ ਜਿਮ ਖੋਲ੍ਹਣ ਨੂੰ ਲੈ ਕੇ, ਹੈ ਨਾ, ਹਾਲੇ ਵੀ ਕਨਫਿਊਜ਼ਨ ਉਸ ਨੂੰ ਲੈ ਕੇ ਹੈਗੀ ਆ। ਅਗਰ ਕਹਿ ਦਿੱਤਾ ਜਾਂਦਾ ਕਿ ਜਿਮ ਹਾਲੇ ਨਹੀਂ ਖੋਲ੍ਹ ਸਕਦੇ ਹੈਗੇ ਥੋੜ੍ਹੇ ਦਿਨ ਹੋਰ, ਫਿਰ ਦੇਖੋ ਜੀ, ਇਹ ਤਾਂ ਸਰਕਾਰਾਂ ਨੂੰ ਯੂਥ ਦਾ ਸੋਚਣਾ ਚਾਹੀਦਾ। ਅਗਰ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਹੋ, ਵੱਡੇ ਦਾਅਵੇ ਕਰਦੇ ਹੋ ਕਿ ਯੂਥ ਜਿਹੜੀ ਹੈ ਰੀੜ੍ਹ ਦੀ ਹੱਡੀ ਹੈ, ਜਿਹੜੇ ਸੂਬੇ ਨੇ, ਦੇਸ਼ ਨੇ ਚੱਲਣਾ ਹੁੰਦਾ ਯੂਥ ਦੇ ਸਿਰ ਤੇ ਚੱਲਦਾ। ਅਗਰ ਤੁਸੀਂ ਰੀੜ੍ਹ ਦੀ ਹੱਡੀ ਤੋੜ ਦੋਗੇ ਫਿਰ ਉਹ ਸਰਕਾਰ ਆਪਣੇ ਨਹੀਂ। ਠੀਕ ਹੈ ਨਾ? ਹਾਂ, ਠੀਕ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਜੋ ਜਿਮ ਮਾਲਕਾਂ ਦੇ ਵਿੱਚ ਕਨਫਿਊਜ਼ਨ ਹੈ ਉਹ ਤੁਸੀਂ ਸੁਣੀ ਹੈ। ਜਿੱਥੇ ਸੀਐਮ ਦੇ ਵੱਲੋਂ ਕਿਹਾ ਗਿਆ ਸੀਗਾ ਕਿ 15 ਤਰੀਕ ਤੱਕ ਜਿਹੜੇ ਜਿਮ ਖੁੱਲ੍ਹ ਸਕਦੇ ਨੇ, ਲੇਕਿਨ ਉੱਥੇ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜੇ ਹਰੇਕ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਸਮੀਖਿਆ ਕਰਨਗੇ ਕੋਵਿਡ-19 ਕੇਸਿਸ ਦੀ, ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿੰਨੇ ਕੁ ਕੇਸਿਸ ਨੇ, ਕਿ ਜਿਮ ਖੋਲ੍ਹਣ ਦੀ ਆਗਿਆ ਦਿੱਤੀ ਜਾਊਗੀ ਕਿ ਨਹੀਂ। ਇਹ ਕੁਐਸਚਨ ਜਿਹੜਾ ਆ ਪੁੱਛਿਆ ਜਾ ਰਿਹਾ ਵਾਰ-ਵਾਰ ਜਿਮ ਮਾਲਕਾਂ ਦੇ ਵੱਲੋਂ, ਔਰ ਵਾਰ-ਵਾਰ ਜਿਹੜੇ ਕੁਐਰੀਜ਼ ਆ ਰਹੀਆਂ ਨੇ ਜਿਮ ਮਾਲਕਾਂ ਨੂੰ, ਹਰੇਕ ਦੀਆਂ, ਜੋ ਉੱਥੇ ਜਿਮ ਲਗਾਉਂਦੇ ਨੇ ਨੌਜਵਾਨ, ਕਿ ਸਾਡੇ ਜਿਮ ਖੁੱਲ੍ਹੇ ਨੇ ਕਿ ਨਹੀਂ।
ਤਾਂ ਉਮੀਦ ਕੀਤੀ ਜਾ ਰਹੀ ਕਿ ਸ਼ਾਮ ਤੱਕ ਹੋ ਸਕਦਾ ਹੈ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਆ ਜਾਵੇ ਜਿਮ ਨੂੰ ਲੈ ਕੇ ਕਿ ਜਿਮ ਖੋਲੇ ਜਾ ਸਕਦੇ ਨੇ ਜਾਂ ਨਹੀਂ, ਕਿਉਂਕਿ ਲਗਾਤਾਰ ਇਹੀ ਸਵਾਲ ਜਿਹੜਾ ਜਿਮ ਮਾਲਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਕਨਫਿਊਜ਼ਨ ਜਿਹੜੀ ਹੈ ਪਾਈ ਜਾ ਰਹੀ ਹੈ। ਸੋ ਵਧੇਰੇ ਅਪਡੇਟਸ ਜੁੜੇ ਰਹੋ ਦ ਟਾਈਮਸ ਨਾਲ। ਕੈਮਰਾਮੈਨ ਹੈਰੀ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ।